ਆਦਿ ਨਿਰੰਜਨ ਹੈ ਗੁਰੂ ਨਾਨਕ, ਧਾਰ ਕੇ ਮੂਰਤ ਹੈ ਜਗ ਆਇਓ। ਲੋਕ ਸੁਣਿਓ ਪਰਲੋਕ ਸੁਣਿਓ, ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ। ਸੰਗਤ ਪਾਰਿਓ ਤਾਰਨ ਕੋ, ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ, ਧਾਰ ਕੇ ਮੂਰਤ ਹੈ ਜਗ ਆਇਓ। ਆਦਿ ਕਰੋ ਗੁਰਦੇਵ ਕੋ ਬੰਦਨ, ਵਾਹਿਗੁਰੂ ਮੁਖ ਮਾਹੇ ਉਚਾਰੀ। ਦੋਇ ਕਰ ਜੋਰ ਕਰੋ ਚਰਣਾ ਪਰ, ਜਾਉ ਸਦਾ ਗੁਰ ਕੋ ਬਲਿਹਾਰੀ। ਕਾਨ ਸੁਨੈ ਉਪਮਾ ਗੁਰ ਕੀ, ਗੁਰ ਮੂਰਤ ਧਿਆਨ ਹਿਰਦੈ ਮਹਿ ਧਾਰੀ। ਵਾਹਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ, ਸੇਵਕ ਸਰਣ ਗਹੀ ਦਰਬਾਰੀ। ਡੰਡੌਤ ਬੰਧਨ ਅਨਕ ਬਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖਹੁ ਪ੍ਰਭੂ, ਨਾਨਕ ਦੇ ਕਰ ਹੱਥ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਨਾਸ। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਮੂਕ ਉਚਰੈ ਸ਼ਾਸਤਰ ਖਾਟ, ਪਿੰਗ ਗਿਰਨ ਚੜ੍ਹ ਜਾਏ। ਅੰਧ ਲਖੈ ਬਦਰੋ ਸੁਨੈ, ਜੋ ਕਾਲ ਕਿਰਪਾ ਕਰਾਏ। ਗੁਰੂ ਨਾਨਕ ਪੁਰਸ਼ੋਤਮੰ ਪਰਮ ਪਰਾਵਰਨਾਥ, ਜੁਗਲ ਚਰਨ ਮਮ ਬੰਦਨਾ, ਧਰ ਕਰ ਧਰ ਪਰਮਾਥ। ਗੁਰੂ ਨਾਨਕ ਸੁਖ ਸਿੰਧ ਕੋ, ਹਾਥ ਜੋਰ ਪ੍ਰਣਾਮ। ਜਿਸ ਕਰਨਾ ਤੇ ਵੱਡ ਅਗੀ, ਪਾਵਹਿ ਗਤ ਵਿਸ਼ਰਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਤ ਵਛਲ ਦੀਨਾ ਬੰਧੂ, ਜਗਤ ਗੁਰੂ ਨਿਰੰਜਨੀ ਜੋਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਸ਼ਬਦ ਦਾ ਅਵਤਾਰ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਅਪਾਰ ਕਿਰਪਾਲਤਾ ਬਖਸ਼ਿਸ਼ ਦਾ ਸਦਕਾ ਸਰਦਾਰ ਦਵਿੰਦਰ ਸਿੰਘ ਜੀ ਬਲ ਸਾਹਿਬ ਅਤੇ ਉਹਨਾਂ ਦੇ ਸਹਿਯੋਗੀ ਸਾਰੇ ਹੀ ਸੇਵਾਦਾਰਾਂ ਦੇ ਅਤੇ ਸੰਗਤਾਂ ਦੀ ਪਿਆਰ ਭਾਵਨਾ ਨੂੰ ਮੁੱਖ ਰੱਖਦਿਆਂ ਅੱਜ ਆਪ ਜੀ ਦੀ ਸੇਵਾ ਵਿੱਚ ਸਿੱਖ ਚੈਨਲ 'ਤੇ ਦਾਸ ਵੱਲੋਂ ਆਪ ਜੀ ਦੇ ਨਾਲ ਗੁਰਬਾਣੀ ਇਤਿਹਾਸ ਦੇ ਵਿਚਾਰ ਸਾਂਝੇ ਕੀਤੇ ਜਾ ਰਹੇ ਹਨ। ਸਤਿਗੁਰੂ ਗਰੀਬ ਨਿਵਾਜ ਦਾਸ 'ਤੇ ਵੀ ਆਪ ਸਮੂਹ ਸੰਸਾਰ ਦੀਆਂ ਸੰਗਤਾਂ ਦੇ ਉੱਤੇ ਕਿਰਪਾ ਔਰ ਬਖਸ਼ਿਸ਼ ਕਰਨ। ਸਤਿਗੁਰੂ ਗਰੀਬ ਨਿਵਾਜ ਜੀ ਦੇ ਆਪਣੇ ਪਵਿੱਤਰ ਬਚਨ ਹਨ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ। ਜਿਤ ਦੁਆਰੈ ਉਭਰੈ ਤਿਤੈ ਲਿਹੋ ਅਵਾਰ। ਖੁਨਕ ਨਾਮ ਖੁਦਾਇਆ, ਪਰਮੇਸ਼ਰ ਦਾ ਨਾਮ ਜਿਹੜਾ ਇਹ ਮਨ ਨੂੰ ਤ੍ਰਿਪਤੀ ਔਰ ਸ਼ਾਂਤੀ ਦੇਣ ਵਾਲਾ ਹੈ। ਮਾਇਆ ਪਦਾਰਥ ਹੈ, ਦੁਨੀਆ ਦੇ ਵਿਸ਼ੇ ਭੋਗ ਆ, ਇਹ ਸਾਰੀਆਂ ਚੀਜ਼ਾਂ ਮਨ ਨੂੰ ਚੰਚਲ ਕਰਦੀਆਂ, ਲੇਕਿਨ ਸੰਤੁਸ਼ਟੀ ਸ਼ਾਂਤੀ ਨਹੀਂ ਦਿੰਦੀਆਂ। ਸ਼ਾਂਤੀ ਵਾਸਤੇ ਸਤਿਗੁਰੂ ਗਰੀਬ ਨਿਵਾਜ ਜੀ ਨੇ ਕਲਯੁਗੀ ਜੀਵਾਂ ਦੇ ਭਲੇ ਵਾਸਤੇ ਅਵਤਾਰ ਧਾਰਿਆ। ਜੁਗ ਜੁਗ ਆਪੋ ਆਪਣਾ ਧਰਮ ਹੈ, ਸੋਧ ਦੇਖੋ ਵੇਦ ਪੁਰਾਣਾ। ਵੇਦਾਂ ਨੂੰ ਪੁਰਾਣਾਂ ਨੂੰ ਸੋਧ ਵਿਚਾਰ ਕੇ ਦੇਖੋ, ਚਾਰੇ ਯੁੱਗਾਂ ਦਾ ਜੋ ਧਰਮ ਆ ਉਹਦੇ ਅਸੂਲ ਮਹਾਂਪੁਰਖਾਂ ਨੇ ਵਰਣਨ ਕੀਤੇ ਹੈ। ਇਸ ਕਲਯੁਗ ਦੇ ਵਿੱਚ ਫਿਰ ਜੋ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿਰਪਾ ਕੀਤੀ ਹੈ, ਬਹੁਤ ਵੱਡੀ ਬਖਸ਼ਿਸ਼ ਕੀਤੀ ਹੈ ਕਿ ਸਾਰੇ ਸੰਸਾਰ ਦੇ ਉੱਤੇ ਸਤਿਗੁਰੂ ਨਾਨਕ ਪ੍ਰਗਟਿਆ। ਮਿੱਟੀ ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਪਲੋਆ। ਸਿੰਘ ਬੁਕੇ ਮਿਰਗਾਵਲੀ, ਭੰਨੀ ਜਾਏ ਨਾ ਧੀਰ ਤਰੋਆ। ਜਿੱਥੇ ਬਾਬਾ ਪੈਰ ਧਰੇ, ਪੂਜਾ
ਆਸਣ ਥਾਪਣ ਸੋਆ। ਸਿੱਧ ਆਸਣ ਸਭ ਜਗਤ ਦੇ, ਨਾਨਕ ਆਦਮ ਤੇ ਜੈ ਕੋਆ। ਘਰ ਘਰ ਅੰਦਰ ਧਰਮਸਾਲ, ਹੋਵੈ ਕੀਰਤਨ ਸਦਾ ਬਸੋਆ। ਬਾਬੇ ਤਾਰੇ ਚਾਰ ਚੱਕ, ਨੌ ਖੰਡ ਪਿਰਥਵੀ ਸੱਚਾ ਢੋਆ। ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਬਾਕੀ ਯੁਗਾਂ ਦੇ ਵਿੱਚ ਵੀ ਬਹੁਤ ਸਾਰੇ ਪਰਮੇਸ਼ਰ ਦੇ ਅਵਤਾਰਾਂ ਦੀ ਕਥਾ ਆਉਂਦੀ ਹੈ। 24 ਅਵਤਾਰਾਂ ਬਾਰੇ ਜ਼ਿਕਰ ਹੈ ਔਰ 23 ਅਵਤਾਰ ਗ੍ਰੰਥਕਾਰਾਂ ਨੇ ਮੰਨੇ ਆ ਕਿ ਵਿਸ਼ਨੂੰ ਜੀ ਦੇ ਹੋ ਚੁੱਕੇ ਆ। 24ਵਾਂ ਜੋ ਕਲਕੀ ਅਵਤਾਰ ਆ ਉਹਦੇ ਬਾਰੇ ਵੀ ਕਥਾ ਲਿਖੀਆਂ ਮਿਲਦੀਆਂ ਹਨ। ਭਾਗ ਪਿਆ ਹਰ ਸੰਭਲ ਕੈ, ਹਰ ਜੋ ਹਰ ਮੰਦਰ ਆਵੇਂਗੇ। ਕਲਯੁਗੀ ਜੀਵਾਂ ਦੀ ਕਲਿਆਣ ਵਾਸਤੇ ਆਪ ਨਾਰਾਇਣ ਕਲਾਧਾਰ, ਜਗ ਮਹਿ ਪਰਵਰਿਓ। ਨਿਰੰਕਾਰ ਆਕਾਰ, ਜੋਤ ਜਗ ਮੰਡਲ ਕਰਿਓ। ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਰਾਏ ਭੋਏ ਦੀ ਤਲਵੰਡੀ ਬਹੁਤ ਸਤਿਕਾਰਯੋਗ ਮਹਿਤਾ ਕਲਿਆਣ ਚੰਦਰ ਜੀ ਅਤੇ ਜਗਤ ਮਾਤਾ ਤ੍ਰਿਪਤਾ ਜੀ ਦੇ ਗ੍ਰਹਿ ਵਿਖੇ 1469 ਈਸਵੀ ਨੂੰ ਅਵਤਾਰ ਧਾਰ ਕੇ ਬਾਲ ਲੀਲਾ ਦੇ ਚੋਜ ਕੀਤੇ। ਫਿਰ ਸੁਲਤਾਨਪੁਰ ਲੋਧੀ ਬੇਅੰਤ ਸਮਾਂ ਬਖਸ਼ਾਂ ਕੀਤੀਆਂ ਔਰ ਬੇਬੇ ਨਾਨਕ ਜੀ ਦੇ ਪਿਆਰ ਵਿੱਚ ਉਸ ਧਰਤੀ ਨੂੰ ਭਾਗ ਲਾਇਆ। ਮੋਦੀ ਖਾਨਾ, ਸੱਚਖੰਡ ਜਾਣਾ, ਮੂਲ ਮੰਤਰ ਦੀ ਦਾਤ ਲਿਆਉਣੀ, ਸੱਚ ਦੀ ਨਵਾਜ਼ ਪੜ੍ਹਨੀ, ਦੱਸਣੀ ਕਿ ਸਰੀਰ ਦੀ ਹਾਜ਼ਰੀ ਨਾ ਨਹੀਂ, ਮਨ ਦੀ ਹਾਜ਼ਰੀ ਨਾ। ਧਰਮ ਦੀ ਕਿਰਤ ਦੇ ਲੇਖੇ ਵਿੱਚ ਹਮੇਸ਼ਾ ਵਾਧਾ ਦੱਸਿਆ ਅਤੇ ਫਿਰ ਚੜ੍ਹਿਆ ਸੋਧਣ, ਧਰਤ ਲੁਕਾਈ। ਜਗਤ ਜਲੰਦੇ ਨੂੰ ਠਾਰਨ ਵਾਸਤੇ 4 ਉਦਾਸੀਆਂ ਪ੍ਰਚਾਰਕ ਫੇਰੀਆਂ ਕੀਤੀਆਂ। ਚਾਰੇ ਚੱਕਾਂ ਦਾ ਮਤਲਬ ਚਾਰੇ ਦੇਸ਼ਾਂ ਵਿੱਚ ਵਿਚਰ ਕੇ ਸੜਦੇ ਗਲਦੇ ਜੀਵਾਂ ਨੂੰ ਉਪਦੇਸ਼ ਦਿੱਤਾ ਅਤੇ ਸਾਰੇ ਤਪਤ ਮਹਿ ਠਾਂਡ ਵਰਤਾਈ। ਆਨੰਦ ਪਿਆ ਦੁੱਖ ਨਾਠੇ ਭਾਈ, ਜਰਨ ਮਨ ਕੇ ਮਿਟੇ ਅੰਦੇਸੇ। ਸਾਧੂ ਕੈ ਪੂਰਨ ਉਪਦੇਸੇ। ਐਸੀ ਕਿਰਪਾ ਪਾਤਸ਼ਾਹ ਨੇ ਕੀਤੀ ਹੈ। ਅੱਜ ਇਸ ਤਰ੍ਹਾਂ ਦੀ ਬੜੀ ਚਰਚਾ ਚੱਲਦੀ ਹੈ। ਕਈ ਸਾਨੂੰ ਵੀ ਪ੍ਰਸ਼ਨ ਪੁੱਛਦੇ ਆ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰੂ ਕੌਣ ਸਨ। ਐਸੀਆਂ ਬੁੱਕਾਂ ਵੀ ਲਿਖੀਆਂ ਜਾ ਰਹੀਆਂ ਜਿਹਦੇ ਵਿੱਚ ਅਸਲੀਅਤ ਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਕਿਉਂਕਿ ਅੱਜ ਬਹੁਤ ਸਾਰੇ ਲੋਕ ਦੇਹ ਦੀ ਪੂਜਾ ਵੱਲ ਲੱਗੇ ਹੋਏ ਹੈ। ਅਤੇ ਸਤਿਗੁਰੂ ਜੀ ਨੇ ਸਿੱਧਾਂ ਨਾਲ ਚਰਚਾ ਕਰਦਿਆਂ ਕਿਹਾ ਸੀ ਕਿ ਪਵਨ ਆਰੰਭ ਸਤਿਗੁਰ ਮਤ ਬੇਲਾ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਸੋ ਇਸ ਵਾਸਤੇ ਠੀਕ ਹੈ ਕਿ ਜਿੰਨੇ ਵੀ ਪਿੱਛੇ ਅਵਤਾਰ ਹੋਏ ਹੈ ਉਹਨਾਂ ਦੇ ਗ੍ਰੰਥਕਾਰਾਂ ਨੇ ਗੁਰੂ ਦੱਸਿਆ ਕਿ ਕਿੱਥੋਂ ਕਿੱਥੋਂ ਉਹਨਾਂ ਨੂੰ ਗੁਰਦੀਖਿਆ ਲਈ ਜਾਂ ਦੂਜੀਆਂ ਵਿਦਿਆ ਸਿੱਖੀਆਂ। ਸੋ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਇੱਕ ਐਸਾ ਅਲੌਕਿਕ ਜੀਵਨ ਹੈ ਉਹਨਾਂ ਦੇ ਪਿਤਾ ਵੱਲੋਂ, ਔਰ ਉਹਨਾਂ ਨੂੰ ਪੜ੍ਹਨ ਵਾਸਤੇ ਭੇਜਣਾ ਸੰਸਕ੍ਰਿਤ ਜਾਂ ਫਾਰਸੀ, ਅਰਬੀ, ਦੂਸਰੀ ਲੰਡਿਆਂ ਦੀ ਵਿਦਿਆ ਆਮ ਵਪਾਰ ਵਾਲੇ ਲੋਕਾਂ 'ਚ ਜ਼ਿਆਦਾ ਹੁੰਦੀ ਸੀ। ਸੋ ਇਸ ਪ੍ਰਕਾਰ ਸਤਿਗੁਰੂ ਜੀ ਜਿੱਥੇ ਵੀ ਗਏ ਜਾ ਕੇ ਅਲਫ ਅੱਲਾ ਨੂੰ ਯਾਦ ਕਰ, ਗਫਲਤ ਮਨੋਂ ਵਿਸਾਰ ਦੇ। ਜਿਹੜੇ ਮੌਲਵੀ ਨੇ ਕੁਤਬਦੀਨ ਨੇ ਕਿਹਾ ਵੀ ਅਲਫ ਬੋਲੋ, ਕਹਿੰਦੇ ਅਲਫ ਦਾ ਅਰਥ ਕੀ ਹੈ? ਕਹਿੰਦੇ ਜੀ ਦਾ ਅਰਥ ਤਾਂ ਦੱਸ ਨਹੀਂ ਸਕਦਾ, ਇਹ ਤਾਂ ਗਣਿਤ ਵਿਦਿਆ ਦਾ ਪਹਿਲਾ ਅੱਖਰ ਇੱਕ ਹੈ। ਫਿਰ ਮਹਾਰਾਜ ਨੇ ਇਹਦੀ ਸਾਰੀ ਵਿਆਖਿਆ ਜੋ ਮੂਲ ਮੰਤਰ ਵਿੱਚ ਉਹ ਦੱਸੀ ਹੈ। ਇਸ ਤਰ੍ਹਾਂ ਹੀ ਸੰਸਕ੍ਰਿਤ ਦੇ ਜੋ ਵਿਦਵਾਨ ਹੈਗੇ ਆ, ਗੋਪਾਲ ਪਾਦਾ ਆਦਿਕ, ਫਿਰ ਦੱਖਣੀ ਓਂਕਾਰ ਦੀ ਬਾਣੀ ਦੁਆਰਾ ਸਾਰਾ ਉਪਦੇਸ਼ ਦਿੱਤਾ
ਓਂਕਾਰ ਬ੍ਰਹਮਾ ਉਤਪਤ, ਓਂਕਾਰ ਕੀਆ ਜਿਨ ਚਿਤ, ਓਂਕਾਰ ਸੈਲ ਜੁਗ ਪਏ, ਓਂਕਾਰ ਵੇਦ ਨਿਰਮੈ। ਮਤਲਬ ਬਹੁਤ ਵੱਡੀ ਵਿਆਖਿਆ ਹੈ, ਕਿਉਂਕਿ ਸਤਿਗੁਰੂ ਜੀ ਧੁਰੋਂ ਹੀ ਆਪ ਨਰੈਣ ਪਰਮੇਸ਼ਰ ਆਏ ਆ ਸਰਗੁਣ ਸਰੂਪ ਧਾਰ ਕੇ। ਸਾਰੀਆਂ ਕਲਾ ਨਾਲੋਂ ਸੁਪਾਨਿਆ ਜਦੋਂ ਪਿਤਾ ਜੀ ਨੇ ਉਹਨਾਂ ਨੂੰ ਸੱਚਾ ਸੌਦਾ ਕਰਨ ਵਾਸਤੇ ਭੇਜਿਆ ਸੀ, ਅਤੇ ਜਿਹਨੂੰ ਅੱਜ ਚੂੜਕਾਣਾ ਕਹਿੰਦੇ ਆ, ਇੱਥੇ ਉਦੋਂ ਕਾਫੀ ਬੀਆਵਾਨ ਜੰਗਲ ਸੀ, ਅਤੇ ਸੰਤ ਰੇਣ ਮਹਾਂਪੁਰਖ ਜਿਹੜੇ ਆ ਉਹਨਾਂ ਦੀ ਮੰਡਲੀ ਬੈਠੀ ਸੀ। ਉਦਾਸੀਨ ਜੋ ਮਹਾਤਮਾ ਉਹ ਆਪਣੀ ਪਰੰਪਰਾ ਜਿਹੜੀ ਹੈ ਉਹ ਸਨਕ ਸਨੰਦਨ ਸਨਾਤਨ ਸਨਤ ਕੁਮਾਰ ਨਾਲ ਜੋੜਦੇ ਆ। ਉਸ ਸ਼੍ਰੰਖਲਾ ਦੇ ਵਿੱਚ ਸੰਤ ਰੇਣ ਨੂੰ ਉਹਨਾਂ ਨੇ ਉਦਾਸੀ ਸਾਧੂ ਮੰਨਿਆ। ਉਹ ਆਪਣੀ ਮੰਡਲੀ ਸਮੇਤ ਉੱਥੇ ਬੈਠੇ ਸੀ। ਭਾਈ ਸਾਹਿਬ ਭਾਈ ਬਾਲਾ ਜੀ ਜੋ ਗੁਰੂ ਸਾਹਿਬ ਤੋਂ ਉਮਰ ਕਰਕੇ 5 ਸਾਲ ਵੱਡੇ ਸੀ, ਅਤੇ ਮਹਿਤਾ ਕਲਿਆਣ ਚੰਦਰ ਜੀ ਦੇ ਪਰਿਵਾਰ ਦੇ ਨਾਲ ਉਹਨਾਂ ਦਾ ਉਸ ਪਰਿਵਾਰ ਦਾ ਬੜਾ ਗਾੜਾ ਪਿਆਰ ਸੀ। ਮਹਿਤਾ ਸਾਹਿਬ ਜੀ ਨੇ ਭਾਈ ਬਾਲਾ ਸਾਹਿਬ ਜੀ ਨੂੰ ਸਤਿਗੁਰੂ ਜੀ ਦੇ ਨਾਲ ਭੇਜਿਆ। ਸਤਿਗੁਰੂ ਗਰੀਬ ਨਿਵਾਜ ਜੀ ਨੇ ਬੰਦਗੀ ਵਾਲੇ ਸਾਧੂਆਂ ਨੂੰ ਭੋਜਨ ਛਕਾਉਣ ਨਾਲੋਂ ਹੋਰ ਉੱਤਮ ਸੌਦਾ ਕਿਹੜਾ ਹੋ ਸਕਦਾ ਇਹ ਜਾਣਿਆ, ਕਿਉਂਕਿ ਗੁਰੂ ਕਾ ਲੰਗਰ ਤੇ ਐਸਾ ਹੈ, ਪੰਗਤ ਵਿੱਚ ਦੁਰਾਚਾਰੀ ਕੋਈ ਪਾਪੀ ਚੰਡਾਲ ਵੀ ਆ ਜਾਏ, ਲੰਗਰ ਵਾਸਤੇ ਸਾਰਿਆਂ ਨੂੰ ਬੜੀ ਏਕਤਾ ਨਾਲ ਛਕਾਇਆ ਜਾਂਦਾ, ਕੋਈ ਫਰਕ ਨਹੀਂ। ਪਰ ਜੇ ਭਜਨ ਕਰਨ ਵਾਲੇ ਜਿਹੜੇ ਗੁਰਮੁਖ ਆ ਉਹਨਾਂ ਨੂੰ ਭੋਜਨ ਛਕਾਉਣਾ ਤੇ ਹੋਰ ਵੀ ਬੜਾ ਪੁੰਨਮਈ ਕਰਮ ਆ। ਅੱਜ ਵੀ ਜੋ ਗੁਰੂ ਨਾਨਕ ਪਾਤਸ਼ਾਹ ਜੀ ਨੇ ਪਰੰਪਰਾ ਚਲਾਈ ਹੈ, ਸੰਗਤ ਪੰਗਤ ਵਿੱਚ ਕੋਈ ਭੇਤ ਨਹੀਂ ਕੀਤਾ ਜਾਂਦਾ, ਏਕਤਾ ਹੀ ਵਰਤਦੀ ਹੈ। ਗੁਰੂ ਕੇ ਦੀਵਾਨ ਵਿੱਚ ਦੇਖ ਲਓ, ਲੰਗਰ ਵਿੱਚ ਦੇਖ ਲਓ, ਇਹ ਮਹਾਰਾਜ ਮਿਹਰ ਕਰ ਗਿਆ। ਰਾਣਾ ਰੰਗ ਬਰਾਬਰੀ ਪੈਰੀਂ ਪਵਣਾ ਜਗ ਵਰਤਾਇਆ। ਬਲਕਿ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਨਾ ਪਹਿਲੇ ਪੰਗਤ ਪਾਛੇ ਸੰਗਤ, ਅਕਬਰ ਵਰਗੇ ਬਾਦਸ਼ਾਹ ਭਿਖਾਰੀ ਸੰਗਤ ਵਿੱਚ ਬੈਠ ਕੇ ਭੋਜਨ ਛਕਣ ਵਿੱਚ ਬਖਸ਼ਿਸ਼ ਪ੍ਰਾਪਤ ਹੁੰਦੀ, ਐਸੇ ਇਤਿਹਾਸ ਦੇ ਬਚਨ ਹਨ। ਫਿਰ ਭਾਈ ਬਾਲਾ ਸਾਹਿਬ ਰਸਤਾਂ ਲਿਆ ਕੇ ਭੋਜਨ ਤਿਆਰ ਕਰਕੇ ਅਤੇ ਇਸ ਸੰਤ ਮੰਡਲੀ ਨੂੰ ਭੋਜਨ ਛਕਾਇਆ। ਭੋਜਨ ਛਕਾਉਣ ਤੋਂ ਬਾਅਦ ਉਹਨਾਂ ਨੇ ਸਤਿਗੁਰੂ ਜੀ ਦਾ ਕੋਟਾਨ-ਕੋਟ ਧੰਨਵਾਦ ਕੀਤਾ ਕਿ ਸਾਰੇ ਸੰਸਾਰ ਨੂੰ 3 ਚੀਜ਼ਾਂ ਜਿਹੜੀਆਂ ਉਤਪਤੀ, ਪਾਲਣਾ ਅਤੇ ਸੰਗਾਰ, ਇਹ ਪਰਮੇਸ਼ਰ ਨੇ ਆਪਣੇ ਹੱਥ ਵਿੱਚ ਰੱਖੀਆਂ ਹੋਈਆਂ ਤਿੰਨੇ ਕਲਾ। ਸੰਸਾਰ ਨੂੰ ਪੈਦਾ ਕਰਨਾ, ਸੰਸਾਰ ਦੀ ਪਾਲਣਾ ਅਤੇ ਸੰਸਾਰ ਦੇ ਜੀਵਨ ਦੀ ਲਹਿਤਾ ਕਰਨੀ, ਇਹ ਉਹਦੇ ਆਪਣੇ ਹੱਥ ਹੈ। ਬਾਕੀ ਜਿਹੜੇ ਬੰਦਗੀ ਕਰਨ ਵਾਲੇ ਪੁਰਸ਼ ਹੈ, ਜਦੋਂ ਉਹਨਾਂ ਨੂੰ ਗਿਆਨ ਅਵਸਥਾ ਆਤਮਾ ਗਿਆਨ ਦੀ ਪ੍ਰਾਪਤ ਹੋ ਜਾਂਦੀ ਹੈ, ਬਹੁਤ ਵੱਡੀਆਂ ਬਖਸ਼ਿਸ਼ਾਂ ਉਹਨਾਂ ਗੁਰਸਿੱਖਾਂ ਨੂੰ, ਸੰਤਾਂ ਨੂੰ, ਭਗਤਾਂ ਨੂੰ ਪ੍ਰਾਪਤ ਹੁੰਦੀਆਂ। ਪਰ ਇਹ 3 ਜਿਹੜੀਆਂ ਡਿਊਟੀਆਂ ਇਹ ਪਰਮੇਸ਼ਰ ਆਪਣੇ ਹੱਥ ਵਿੱਚ ਰੱਖਦੇ ਆ। ਬਾਕੀ ਇਹ ਬਰਕਤ ਗੁਰਸਿੱਖਾਂ ਨੂੰ ਵੀ ਦਿੱਤੀ ਹੈ ਕਿ ਤੁਸੀਂ ਪਰਮੇਸ਼ਰ ਨੂੰ ਸਾਖੀ ਜਾਣ ਕੇ ਸੇਵਾ ਕਰੋ, ਤੁਹਾਨੂੰ ਮਹਾਰਾਜ ਬਹੁਤ ਬਰਕਤਾਂ ਦੇਣਗੇ। ਸੋ ਇਸ ਵਾਸਤੇ ਉਸ ਜਦੋਂ ਸੰਤ ਰੇਣ ਜੀ ਦੇ ਪਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਅਤੇ ਸੰਤ ਰੇਣ ਦੀ ਜਿਹੜੀ ਮੰਡਲੀ ਸੀ ਉਹਨੇ ਉਸ ਵੇਲੇ ਕੁਝ ਬਚਨ ਕੀਤੇ। ਨਾਨਕ ਪ੍ਰਕਾਸ਼ ਵਿੱਚ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਕਵੀ ਇਸ ਪ੍ਰਕਾਰ ਵਰਣਨ ਕਰਦੇ ਹਨ। ਆਰਬ ਲਾ ਲਗ ਬਾਲ ਸੋਚਾਲੀ, ਕਹਿੰਦੇ ਇਹ ਮਹੰਤ ਜੀ, ਉਹ ਮੰਡਲੀ ਨੇ ਪੁੱਛਿਆ
ਕਿ ਇਹ ਜੋ ਬਾਲਕ ਸਾਨੂੰ ਭੋਜਨ ਛਕਾਉਣ ਆਏ ਸੀ, ਇਹਨਾਂ ਦੀ ਆਰਵਲਾ ਮੈਨੇ ਉਮਰ ਲਘੂ ਮੈਨੇ ਬੜੀ ਛੋਟੀ ਹੈ, ਬਾਲ ਅਵਸਥਾ, ਅਤੇ ਇਹਨਾਂ ਦੀ ਜਿਹੜੀ ਚਾਲ ਆ ਉਹ ਬੜੀ ਸੁੰਦਰ ਆ। ਚਰਨ ਰੱਖਦੇ ਆ, ਪਤਾ ਹੀ ਨਹੀਂ ਲੱਗਦਾ ਕਦੋਂ ਚੁੱਕਦੇ ਕਦ ਰੱਖਦੇ ਆ। ਅਤੇ ਜਿਵੇਂ ਗੁਰੂ ਗ੍ਰੰਥ ਸਾਹਿਬ 'ਚ ਆਉਂਦਾ, ਪਰਮੇਸ਼ਰ ਦਾ ਸਰਗੁਣ ਸਰੂਪ ਦਾ ਅਲੰਕਾਰ, ਤੇਰੀ ਚਾਲ ਸੁਹਾਵੀ ਮਧਰਾੜੀ ਬਾਣੀ, ਪੋਹਪਨ ਕੋਕਲਾ ਤਰਲ ਜਵਾਨੀ। ਕਿਉਂਕਿ ਜਿਹੜੇ 36 ਲੱਛਣ ਆ ਉਹ ਅਵਤਾਰਾਂ ਦੇ ਵਿੱਚ ਹੀ ਵਰਣਨ ਕੀਤੇ ਗਏ ਆ। ਸੋ ਇਸ ਪ੍ਰਕਾਰ ਇਹਨਾਂ ਦੀ ਆਰਵਲਾ ਬੜੀ ਛੋਟੀ ਹੈ, ਜਿਸਲੇ ਚੱਲਦੇ ਆ ਇਹਨਾਂ ਦੀ ਚਾਲ ਬੜੀ ਸੁੰਦਰ ਹੈ। ਗਿਰਾ ਬੈਰਾਗ ਭਗਤ ਪਲ ਸਾਲੀ, ਜਦੋਂ ਇਹ ਬਚਨ ਬੋਲਦੇ ਆ, ਇਹਨਾਂ ਦੀ ਜਿਹੜੀ ਗਿਰਾ ਬਾਣੀ ਹੈ ਉਹਦੇ 'ਚ ਬਰਾਗ ਬਹੁਤ ਆ। ਉਹ ਜਗਿਆਸੂਆਂ ਦੇ ਮਨ ਨੂੰ ਆਪਣੇ ਵੱਲ ਖਿੱਚ ਲੈਂਦੀ ਹੈ। ਉਹਨਾਂ ਦੇ ਬਚਨ ਸੁਣ ਕੇ ਪਰਮੇਸ਼ਰ ਦਾ ਪਿਆਰ ਜਾਗ ਪੈਂਦਾ, ਅੱਖਾਂ ਵਿੱਚ ਨੀਰ ਵਗਣ ਲੱਗ ਜਾਂਦਾ, ਅਤੇ ਪਰਮੇਸ਼ਰ ਦੇ ਮਿਲਾਪ ਦੀ ਜਿਹੜੀ ਇੱਛਾ ਪੈਦਾ ਹੋ ਜਾਂਦੀ ਹੈ। ਅਤੇ ਭਗਤੀ ਨਾਲ, ਪ੍ਰੇਮਾ ਭਗਤੀ ਨਾਲ ਮਿਲੇ ਹੋਏ ਬਚਨ ਫਲ ਮੈਨੇ ਬਹੁਤ ਭਲੇ ਸਾਲੀ, ਗਿਆਨ ਦਾ ਘਰ ਆ। ਸਾਲ ਨਾਮ ਘਰ ਦਾ ਹੁੰਦਾ, ਅਤੇ ਸੰਸਕ੍ਰਿਤ ਦਾ ਜੇ ਸਲ ਅੱਖਰ ਕਰੀਏ ਅਤੇ ਦੁੱਖ ਆ, ਅਤੇ ਦੂਸਰੇ ਅਰਥਾਂ ਵਿੱਚ ਦੁੱਖ ਦੀ ਨਿਵਰਤੀ ਕਰਨ ਵਾਲੇ ਹਨ। ਤੁਮ ਸੋ ਆਨ ਕੀਨ ਬਹੁ ਭਾਊ। ਸੰਤ ਮੰਡਲੀ ਨੇ ਸੰਤ ਰੇਣ ਜੋ ਉਹਨਾਂ ਦੇ ਮਹੰਤ ਸੀ, ਬੇਨਤੀ ਕੀਤੀ ਹੈ, ਮਹਾਂਪੁਰਖੋ, ਜਦੋਂ ਉਹ ਬਲ ਸਰੂਪ ਚੋਜੀ ਪ੍ਰੀਤਮ ਆਏ, ਚੋਜੀ ਮੇਰੇ ਪਿਆਰਿਆ, ਹਰ ਭਰਮ ਮੇਰਾ ਚੋਜੀ ਜੀਓ, ਆਪੇ ਕਾਨ ਪਾਏ ਦਾ ਪਿਆਰਾ, ਆਪੇ ਗੋਪੀ ਖੋਜੀ ਜੀਓ। ਜਦੋਂ ਉਹ ਆਏ, ਉਹਨੇ ਤੁਹਾਡਾ ਬਹੁਤ ਹੀ ਸਤਿਕਾਰ ਕੀਤਾ ਅਤੇ ਤੁਹਾਡੇ ਨਾਲ ਉਹਨੇ ਬਹੁਤ ਹੀ ਪ੍ਰੇਮ ਕੀਤਾ ਹੈ। ਭਾਉ ਮੈਨੇ ਪ੍ਰੇਮ ਕੀਤਾ। ਤੁਮ ਸੋ ਆਨ ਕੀਨ ਬਹੁ ਭਾਉ, ਤੁਹਾਡੇ ਨਾਲ ਬੜਾ ਪਿਆਰ ਕੀਤਾ, ਕਿਉਂਕਿ ਤੂੰ ਭਗਤਾਂ ਕਹਿ ਬਸ, ਭਗਤਾਂ ਤਾਣ ਤੇਰਾ। ਜਿਹੜੇ ਉਹਦੇ ਰੱਬ ਦੇ ਪਿਆਰੇ ਹੈ, ਜਿਵੇਂ ਰਵਿਦਾਸ ਜੀ ਨੇ ਕਿਹਾ, ਮੇਰੀ ਬੰਦੀ ਭਗਤ ਛਡਾਵੈ, ਬਾਂਦੇ ਭਗਤ ਨਾ ਛੂਟੈ ਮੋਹੇ। ਕਿਉਂਕਿ ਪ੍ਰੇਮ ਕੀ ਜੇਵਰੀ ਬਾਂਧਿਓ ਤੇਰੋ ਜਨ, ਉਹ ਆਪਣੇ ਪ੍ਰੇਮ ਨਾਲ ਉਹਨੂੰ ਬੰਨ੍ਹ ਲੈਂਦੇ ਆ। ਜਿਵੇਂ ਧੰਨ ਧੰਨ ਬੇਬੇ ਨਾਨਕੀ ਜੀ ਨੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਸੁਲਤਾਨਪੁਰ ਲੋਧੀ ਵਿਖੇ 16 ਸਾਲ ਆਪਣੇ ਪਿਆਰ ਦੁਆਰਾ ਉਹਨਾਂ ਦੀ ਸੇਵਾ ਵਿੱਚ ਸਮਾਂ ਗੁਜ਼ਾਰਿਆ ਅਤੇ ਉਸ ਇਲਾਕੇ 'ਤੇ ਵੀ ਬਹੁਤ ਵੱਡੀ ਕਿਰਪਾ ਕਰਵਾਈ। ਅੱਜ ਵੀ ਗੁਰਦੁਆਰਾ ਬੇਰ ਸਾਹਿਬ ਲੱਖਾਂ ਯਾਤਰੂ ਆਉਂਦੇ ਆ, ਉਹਨਾਂ ਦੀਆਂ ਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਤੁਮ ਸੋ ਆਨ ਕੀਨ ਬਹੁ ਭਾਊ, ਤੁਹਾਡੇ ਨਾਲ ਆ ਕੇ ਉਹਨਾਂ ਨੇ ਬਹੁਤ ਹੀ ਪਿਆਰ ਕੀਤਾ। ਹੇ ਸੰਤ ਜੀ, ਇਹ ਕੀ ਕਾਰਨ ਸੀ? ਪਹਿਲਾਂ ਤਾਂ ਜਾਣਦੇ ਨਹੀਂ ਸੀ, ਕੋਈ ਵਾਕ ਵੀ ਨਹੀਂ ਸੀ। ਮ੍ਰਿਦਲ ਕਿਰਪਾਲ ਬਸਾਲ ਸੁਭਾਉ, ਉਹਨਾਂ ਦਾ ਜਿਹੜਾ ਸੁਭਾਅ ਸੀ ਮ੍ਰਿਦਲ ਮੈਨੇ ਬੜਾ ਕੋਮਲ ਸੀ, ਅਤੇ ਬਸਾਲ ਬਹੁਤ ਵੱਡਾ, ਸੁਭਾਉ ਬਹੁਤ ਵੱਡੇ ਪਿਆਰ ਨਾਲ ਭਰਿਆ ਹੋਇਆ ਸੀ। ਜਦੋਂ ਆਪਣੀ ਦਿਵਯ ਦ੍ਰਿਸ਼ਟੀ ਨਾਲ ਦੇਖਦੇ ਸੀ, ਜਿਵੇਂ ਸੂਰਜ ਨੂੰ ਦੇਖ ਕੇ ਕਬਲ ਖਿੜ ਜਾਂਦੇ ਆ, ਹਿਰਦੇ ਰੂਪੀ ਕਬਲ ਖਿੜ ਜਾਂਦੇ ਸੀ, ਮਨ ਨੂੰ ਸ਼ਾਂਤੀ ਮਿਲਦੀ ਸੀ। ਮਨ ਦੇ ਵਿੱਚ ਅਨੇਕ ਪ੍ਰਕਾਰ ਦੀਆਂ ਪ੍ਰੇਮ ਭਗਤੀ ਦੀਆਂ ਤਰੰਗਾਂ ਜਿਹੜੀਆਂ ਪੈਦਾ ਹੁੰਦੀਆਂ ਸੀ, ਔਰ ਗਿਆਨ ਦਾ ਪ੍ਰਕਾਸ਼ ਹੁੰਦਾ ਸੀ। ਆਤਮਾ ਅਤੇ ਪਰਮਾਤਮਾ ਦੇ ਮਿਲਾਪ ਦੀ ਜਿਹੜੀ ਜੋਤੀ ਸੀ ਉਹ ਜਗਦੀ ਸੀ। ਮ੍ਰਿਦਲ ਬੜਾ ਕੋਮਲ, ਕਿਰਪਾਲੂ ਕਿਰਪਾ ਦੇ ਆਲੇ ਘਰ ਸਨ, ਅਤੇ ਬਸਾਲ ਸੰਸਕ੍ਰਿਤ ਦਾ ਅੱਖਰ ਬਹੁਤ ਹੀ ਵੱਡਾ ਸੁਭਾਉ, ਸ੍ਰੇਸ਼ਟ ਪ੍ਰੇਮ ਵਾਲਾ ਉਹਨਾਂ ਦਾ ਸੁਭਾਅ ਸੀ। ਜਿਲੇ ਉਹ ਥੋੜ੍ਹਾ ਜਿਹਾ ਮੁਸਕਰਾ ਕੇ ਬੋਲਦੇ ਸੀ, ਕਿਰਪਾ ਕਟਾਖ ਅਵਲੋਕਨ ਕੀਨੋ,
ਦਾਸ ਕਾ ਦੁਖ ਬੇਦਾਰਿਓ। ਜਦੋਂ ਆਪਣੀ ਟੇਢੀ ਤਿਰਛੀ ਪ੍ਰੇਮ ਭਰੀ ਨਿਗਾਹ ਨਾਲ ਉਹ ਤੱਕਦੇ ਸੀ ਤੇ ਮਨੋਂ ਜਗਿਆਸੂਆਂ ਦੇ ਮਨਾਂ ਨੂੰ ਉਹ ਆਪਣੇ ਵੱਲ ਆਕਰਸ਼ਣ ਕਰ ਲੈਂਦੇ ਸੀ, ਜਿਵੇਂ ਮੈਗਨੇਟ ਦੇ ਵਿੱਚ ਲੋਹੇ ਨੂੰ ਖਿੱਚਣ ਦੀ ਤਾਕਤ ਹੁੰਦੀ ਹੈ। ਇਉਂ ਲੱਗਦਾ ਸੀ ਕਿ ਬਹੁਤ ਵੱਡੀ ਸ਼ਕਤੀ ਹੈ ਕਿ ਉਹ ਆਪਣੇ ਵੱਲ ਕਿਵੇਂ ਖਿੱਚ ਪਾ ਰਹੀ ਹੈ। ਭੋਜਨ ਸੌਜ ਆਨ ਜਬ ਵੈਸੇ, ਕਹਿੰਦੇ ਜਦੋਂ ਉਹ ਭੋਜਨ ਦੀ ਸੌਜ ਵੀ ਨਹੀਂ ਹੁੰਦਾ, ਸਮੱਗਰੀ ਲਿਆ ਕੇ ਆਣ ਕੇ ਜਦੋਂ ਸਾਡੇ ਕੋਲ ਬਹਿ ਗਏ ਤੇ ਇਸ ਤਰ੍ਹਾਂ ਜਿਵੇਂ ਕੋਈ ਬਹੁਤ ਹੀ ਵੱਡੇ ਪਿਆਰ ਦੀ ਜਿਗਿਆਸਾ 'ਚ ਕੋਈ ਸ਼ਰਧਾਲੂ ਬੈਠਾ ਹੋਵੇ, ਉਹਨਾਂ ਦੇ ਹੱਥ ਜੋੜ ਕੇ ਬਹਿਣਾ ਔਰ ਸ਼ਰਧਾ ਭਗਤੀ ਇਕਾਗਰ ਚਿੱਤ ਹੋ ਕੇ ਸਾਰੀਆਂ ਇੰਦਰੀਆਂ ਨੂੰ ਸੰਕੋਚ ਕਰਕੇ, ਪਰ ਉਹਨਾਂ ਦੇ ਦਰਸ਼ਨ ਵਿੱਚ ਬਹੁਤ ਵੱਡੀ ਖਿੱਚ ਸੀ ਕਿਉਂਕਿ ਵੱਡੇ ਪੁਰਸ਼ਾਂ ਦੇ ਵਿੱਚ ਨਿਮਰਤਾ ਬਹੁਤ ਹੁੰਦੀ ਹੈ। ਜਿਸ ਤਰ੍ਹਾਂ ਜਦੋਂ ਕਿਸੇ ਬ੍ਰਿਕਸ਼ ਨੂੰ ਫਲ ਲੱਗਦੇ ਆ, ਉਹਦੇ ਟਾਹਣੇ ਜਿਹੜੇ ਮੱਲੋ ਮੱਲੀ ਝੁਕ ਜਾਂਦੇ ਆ, ਭਾਵੇਂ ਟਾਹਣਿਆਂ ਥੱਲੇ ਟੰਬੇ ਵੀ ਦੇਈਏ ਫਿਰ ਵੀ ਨੀਚੇ ਤੇਰੇ ਹੁੰਦੇ ਆ। ਇਸ ਤਰ੍ਹਾਂ ਜਿਹੜੇ ਵੱਡੇ ਪੁਰਖ ਹੁੰਦੇ ਆ, ਉਹਨਾਂ ਦੀ ਖੇਮਾ, ਉਹਨਾਂ ਦੇ ਜਿਹੜੇ ਗੁਣ ਆ ਧਰਮ, ਜਸ, ਵੈਰਾਗ, ਆਤਮ, ਸ਼੍ਰੇ ਵਿਗਿਆਨ, ਖਟਕਲ ਭਗਾ ਸੁਪੰਨ ਜੋ ਤਾਹੇ ਕਹਿਤ ਭਗਵਾਨ। ਜਿਹਦੇ 'ਚ 6 ਕਲਾ ਹੁੰਦੀਆਂ ਉਹਨੂੰ ਭਗਵਾਨ ਕਿਹਾ ਜਾਂਦਾ। ਧਰਮ ਹਮੇਸ਼ਾ ਹੀ ਰਹਿੰਦਾ ਔਰ ਜਸ ਹਮੇਸ਼ਾ ਰਹਿੰਦਾ। ਆਮ ਦੁਨੀਆ 'ਤੇ ਹਰ ਬੰਦੇ ਕੋ ਹਰ ਵੇਲੇ ਧਰਮ ਨਹੀਂ ਹੁੰਦਾ, ਕਿਸੇ ਵੇਲੇ ਅਧਰਮ ਵੀ ਆ ਜਾਂਦਾ। ਔਰ ਜਸ, ਪੇਪਰ ਪੜ੍ਹੋ ਉਸੇ ਪੰਨੇ 'ਤੇ ਉਹਦੀ ਇੱਜ਼ਤ ਦੇ ਵਚਨ ਹੈ, ਉਹਦੇ 'ਤੇ ਉਹਦੀ ਨਿੰਦਾ ਵੀ ਕੋਈ ਕਰ ਸਕਦਾ, ਪਰ ਉਹਦਾ ਸਦਾ ਜਸ ਰਹਿੰਦਾ। ਬੈਰਾਗ, ਆਮ ਬੰਦਾ ਕੋਈ ਨੌਜਵਾਨ ਪੁੱਤਰ ਮਰ ਗਿਆ ਜਾਂ ਮਾਇਕੀ ਘਾਟਾ ਥੋੜ੍ਹਾ ਬੈਰਾਗ ਕਰਦਾ, ਅਤੇ ਬੜੇ ਪਰਮੇਸ਼ਰ ਹਮੇਸ਼ਾ ਹੀ ਬੈਰਾਗ ਵਿੱਚ ਰਹਿੰਦੇ। ਉਹਨਾਂ ਦਾ ਦੁਨੀਆ ਦਾ ਰਾਗ ਮੋਹ ਜਿਹੜਾ ਉਹ ਨਹੀਂ ਹੁੰਦਾ। ਆਪਣੇ ਰਾਗ ਨੂੰ ਭਗਤਾਂ ਨੇ ਜਿਵੇਂ ਪਰਮੇਸ਼ਰ ਨੂੰ ਬੈ ਕੀਤਾ ਹੁੰਦਾ, ਐਸਾ ਬੈਰਾਗੀ ਸੁਭਾਅ ਦਾ ਨੂੰ ਦੇਖ ਕੇ ਜਿਗਿਆਸੂਆਂ ਅੰਦਰ ਵੀ ਉਹ ਗੁਣ ਪੈਦਾ ਹੋ ਜਾਂਦੇ ਆ, ਸਿਮਰਨ ਕਰਨੇ ਦੇ ਨਾਲ, ਸੇਵਾ ਕਰਨੇ ਨਾਲ। ਆਤਮ, ਉਹਨਾਂ ਦੀ ਬਿਰਤੀ ਹਮੇਸ਼ਾ ਆਤਮਾਕਾਰ ਰਹਿੰਦੀ ਹੈ। ਸੰਸਾਰੀ ਜੀਵ ਜਿਹੜੇ ਅਨਾਤਮਾਕਾਰ ਪਦਾਰਥਾਂ ਨਾਲ, ਝੂਠੇ ਜਿਹੜੇ ਰਹਿਣ ਵਾਲੇ ਨੇ, ਉਹਨਾਂ ਨਾਲ ਜੁੜੇ ਆ, ਉਹ ਸਦਾ ਹੀ ਆਪਣੇ ਨਿੱਜ ਸਰੂਪ ਵਿੱਚ ਜੁੜੇ ਰਹਿੰਦੇ ਆ। ਔਰ ਸ਼੍ਰੇ ਕਲਿਆਣਕਾਰੀ, ਉਹਨਾਂ ਨੂੰ ਕਦੀ ਬੰਧਨ ਦੀ ਅਵਸਥਾ ਨਹੀਂ ਆਉਂਦੀ, ਉਹ ਨਿਰਬੰਧ ਅਵਸਥਾ ਹੀ ਰਹਿੰਦੇ ਆ। ਜੇ ਕਿਤੇ ਜੇਲ੍ਹ 'ਚ ਕਿਸੇ ਕਾਰਨ ਲੈ ਵੀ ਗਏ ਆ ਤੇ 6ਵੇਂ ਪਾਤਸ਼ਾਹ 52 ਰਾਜਿਆਂ ਨੂੰ, ਜੋ ਰਾਜਪੂਤ ਰਜਵਾੜੇ ਸੀ, ਆਪਣੇ ਚੋਲੇ ਦੇ ਪੱਲੇ ਫੜਾ ਕੇ ਕਲੀਆਂ ਬਾਹਰ, ਇਹੀ ਪਰਮੇਸ਼ਰ ਦੇ ਵਿੱਚ ਧੰਨ ਗੁਰੂ ਅਮਰਦਾਸ, ਗੁਰੂ ਰਾਮਦਾਸ ਸਾਹਿਬ ਜਿਲੇ ਪੁੱਛਿਆ ਸੀ ਧੰਨ ਗੁਰੂ ਅਰਜਨ ਸਾਹਿਬ ਜੀ ਨੂੰ, ਬਾਬਾ ਮੋਹਨ ਜੀ ਨੇ ਇਹ ਆਪ ਜੀ ਦਾ ਦਾੜਾ, ਕਹਿੰਦੇ 6 ਦਾੜੀਆਂ ਸੱਚੀਆਂ ਜੇ ਗੁਰ ਚਰਣੇ ਲਗਨ। ਨਿਮਰਤਾ, ਕਹਿੰਦੇ ਇਹ ਗੱਦੀ ਤਾਂ ਮੋਹਨ ਕਹਿੰਦਾ ਸਾਡੀ ਬਣਦੀ ਸੀ, ਮੇਰੇ ਪਿਤਾ ਜੀ ਦੀ, ਪਰ ਤੁਸੀਂ ਨਿਮਰਤਾ ਦੇ ਨਾਲ ਆ ਪੋਥੀਆਂ ਗੁਰਬਾਣੀ ਦੀਆਂ ਵੀ ਲੈ ਲਓ, ਇਹੀ ਆ ਹੁਣ ਮੇਰੇ ਕੋਲ ਗੱਦੀ ਦਾ। ਤੁਹਾਨੂੰ ਧੰਨ ਸ਼੍ਰੀ ਰਾਮਦਾਸ ਜੀ ਬਖਸ਼ਿਸ਼ ਕਰ ਗਿਆ। ਅੰਤ ਨਾ ਪਾਵੋ ਦੇਵ ਸਭੈ ਮਨ, ਅੰਤ ਨਾ ਪਾਵੋ ਦੇਸ ਮਨ ਇੰਦਰ ਮਹਾ ਸਿਵ ਜੋਗ ਕਰੀ। ਪੁਨ ਵੇਦ ਬ੍ਰਾਂਚ ਵਿਚਾਰ ਰਹਿਓ, ਹਰ ਜਾਪ ਨਾ ਛਾੜਿਓ ਏਕ ਕਰੀ। ਮਥੁਰਾ ਜਨ ਕੋ ਪ੍ਰਭ ਦੀਨ ਦਿਆਲ ਹੈ, ਸਭ ਸੰਗਤ ਸ੍ਰਿਸ਼ਟ ਨਿਹਾਲ ਕਰੀ। ਰਾਮਦਾਸ ਗੁਰੂ ਜਗ ਤਾਰਨ ਕੋ, ਗੁਰ ਜੋਤ ਸੋ ਅਰਜਨ ਮਾਹੇ ਤਰੀ। ਇਸ ਕਰਕੇ ਹੁਣ ਮੇਰੇ ਕੋਲ ਪੋਥੀਆਂ ਇਹ ਲੈ ਜਾਓ। ਫਿਰ ਉਹ ਚਾਂਦੀ ਦੀ ਪਾਲਕੀ 'ਚ ਲੈ ਕੇ ਸ੍ਰੀ ਅੰਮ੍ਰਿਤਸਰ ਪੈਦਲ ਪਾਤਸ਼ਾਹ ਆਪ ਚੌਰ ਕਰਦੇ, ਬਾਬਾ ਬੁੱਢਾ ਯਾਦ ਗੁਰ ਸਿਖਾਣਾ ਪਹੁੰਚੇ ਸੀ। ਫਿਰ ਅੰਮ੍ਰਿਤਸਰ ਸਰੋਵਰ ਦੇ ਕਿਨਾਰੇ ਉੱਥੇ ਅਸਥਾਨ ਬਣਾ ਕੇ ਗੁਰੂ ਗ੍ਰੰਥ ਸਾਹਿਬ ਸੰਪਾਦਨਾ ਕੀਤੀ ਔਰ ਫਿਰ ਮਹਾਰਾਜ ਦਾ ਦਰਬਾਰ ਸੱਚਖੰਡ ਬਣਾ ਕੇ ਪਹਿਲੇ ਪ੍ਰਕਾਸ਼ ਬਾਬਾ ਬੁੱਢਾ ਸਾਹਿਬ ਜੀ ਨੂੰ ਬਖਸ਼ਿਸ਼ ਹੋਈ। ਸੋ ਇਸ ਇਤਿਹਾਸ ਬਹੁਤ ਵੱਡਾ ਹੈ। ਦੱਸਦੇ ਹਨ ਭੋਜਨ ਸੌਜ ਆਨ ਜਬ ਬੈਸੇ,
ਜਦੋਂ ਭੋਜਨ ਦੀ ਸਮੱਗਰੀ ਰੱਖ ਕੇ ਉਹ ਬੈਠ ਗਏ, ਉਹਨਾਂ ਦਾ ਖਲੋਣਾ, ਉਹਨਾਂ ਦਾ ਚੱਲਣਾ, ਉਹਨਾਂ ਦਾ ਦੇਖਣਾ ਸੁਣਨਾ, ਉਹਨਾਂ ਦੀ ਮੁਸਕਰਾਹਟ, ਉਹਨਾਂ ਦੇ ਦਿਵ ਸਰੀਰ ਦਾ ਦਰਸ਼ਨ, ਅਤੇ ਜਦੋਂ ਬੈਠੇ ਸੀ ਅਤੇ ਉਹਨਾਂ ਦੇ ਦਰਸ਼ਨ ਕਰਨ ਸਮਾਧੀਆਂ ਲੱਗ ਜਾਂਦੀਆਂ ਸੀ, ਸ਼ਾਂਤੀ ਆ ਜਾਂਦੀ ਸੀ। ਕਹਿੰਦੇ ਅਸੀਂ ਬੜਬੜੀਆਂ ਧੂਣੀਆਂ ਤਪਾਈਆਂ, ਜਲ ਧਾਰਾ ਕੀਤੇ, ਹੋਰ ਵੀ ਸਾਧਨ ਅਤੇ ਸ਼ਬਦ ਸੁਰ ਔਰ ਇਸ ਤਰ੍ਹਾਂ ਯੋਗਾ, ਹਠ ਯੋਗ, ਬਹੁਤ ਕੁਛ ਕੀਤਾ। ਪਰ ਉਹਨਾਂ ਦਰਸ਼ਨ ਕਰਕੇ ਜੋ ਮਨ ਟਿਕਦਾ ਸੀ, ਸ਼ਾਂਤੀ ਆਉਂਦੀ ਸੀ। ਉਮਰ ਤਾਂ ਬਹੁਤ ਛੋਟੀ ਸੀ ਉਸ ਵੇਲੇ, ਪਰ ਇਹ ਨਜ਼ਾਰੇ ਜਿਹੜੇ ਬੜੇ ਅਲੌਕਿਕ ਸਨ ਬਾਲਾ ਜੋਜੀ ਪ੍ਰੀਤਮ ਦੇ, ਅਤੇ ਚਿੱਤ ਕਰਦਾ ਸੀ ਕਿ ਉਹ ਬੈਠੇ ਰਹਿਣ। ਪਰ ਤੁਸੀਂ ਉਸ ਵੇਲੇ ਉਹਨਾਂ ਨੂੰ ਜਾਣ ਦੀ ਇਜਾਜ਼ਤ ਦੇ ਦਿੱਤੀ। ਇਹ ਕੀ ਕਾਰਨ ਹੋਇਆ? ਚੱਲਨ ਰਜਾਏ ਦੀਨ ਤੁਮ ਕੈਸੇ। ਹੇ ਮਹੰਤ ਜੀ, ਸੰਤ ਰੇਣੂ ਜੀ, ਤੁਸੀਂ ਉਹਨਾਂ ਨੂੰ ਚੱਲਣ ਦੀ ਰਜਾਏ ਆਗਿਆ ਕੈਸੇ, ਕਿਸ ਪ੍ਰਕਾਰ ਦੇ ਦਿੱਤੀ? ਉਹ ਬੈਠੇ ਰਹਿੰਦੇ, ਸਾਡੇ ਮਨ ਨੂੰ ਬੜੀ ਸ਼ਾਂਤੀ ਆ ਰਹੀ ਸੀ ਕਿ ਐਉਂ ਕਿ ਜਿਵੇਂ ਸਾਨੂੰ ਕੋਈ ਖੁੱਸਾ ਹੋਇਆ, ਕੋਈ ਗੁਆਚੀ ਹੋਈ ਚੀਜ਼ ਮਿਲ ਗਈ ਹੈ, ਅਤੇ ਇਉਂ ਸਾਨੂੰ ਬੜਾ ਹੌਂਸਲਾ ਸੀ। ਤੁਸੀਂ ਆਗਿਆ ਕਿਉਂ ਦੇ ਦਿੱਤੀ? ਉਹਨਾਂ ਨੂੰ ਉੱਥੇ ਹੋਰ ਬੈਠਣ ਦਿੰਦੇ, ਅਸੀਂ ਬਹਾਨੇ ਨਾਲ ਦਰਸ਼ਨ ਕਰਦੇ। ਪਰ ਉਹ ਬਾਲਕ ਹੈ ਕੌਣ ਸੀ? ਆਪ ਕਿਰਪਾ ਕਰਕੇ ਦੱਸੋ, ਉਹ ਬਾਲਕ ਕੌਣ ਸੀ? ਹੁਣ ਸੰਤ ਰੇਣੂ ਜੀ ਉੱਤਰ ਦਿੰਦੇ ਹਨ। ਇੰਜ ਇਸ ਪ੍ਰਕਾਰ ਆਪ ਸਾਰੀਆਂ ਸੰਗਤਾਂ, ਇੰਗਲੈਂਡ, ਯੂਰਪ ਨਿਵਾਸੀ ਜਾਂ ਜਿੱਥੇ ਵੀ ਇਹ ਬਲ ਸਾਹਿਬ ਉੱਦਮ ਕਰਕੇ ਸਿੱਖ ਚੈਨਲ ਦੁਆਰਾ ਤੁਹਾਡੇ ਨਾਲ ਸਾਂਝ ਪਵਾ ਰਹੇ ਹੈ, ਪਿਆਰ ਦੇ ਨਾਲ ਸਰਵਣ ਕਰੋ ਅਤੇ ਇਸ ਧਿਆਨ ਵਿੱਚ ਬੈਠ ਕੇ ਅੰਤਰ ਗੁਰ ਆਰਾਧਨਾ, ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਵੇਖਣਾ, ਸਰਵਣੀ ਸੁਣਨਾ ਗੁਰ ਨਾਉ, ਸਤਿਗੁਰ ਸੇਤੀ ਰਤਿਆਂ ਦਰਗਹਿ ਪਾਈਐ ਠਾਓ। ਫਿਰ ਦਰਗਾਹ 'ਚ ਸਥਾਨ ਮਿਲੇਗਾ। ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਧਿਆਨ ਵਿੱਚ ਆਪਣੇ ਮਨ ਨੂੰ ਇਕਾਗਰ ਕਰੋ। ਧਿਆਤਾ ਧਿਆਨ 'ਤੇ ਜਿੱਲੇ ਤ੍ਰਿਪਟੀ ਹੋ ਜਾਂਦੀ ਹੈ, ਕਿਉਂਕਿ ਧੇ ਧੰਨ ਗੁਰੂ ਨਾਨਕ ਪਾਤਸ਼ਾਹ ਧਿਆਨ ਔਰ ਬਿਰਤੀ ਦੀ ਉਹ ਲਿਵ ਅਵਸਥਾ ਅਤੇ ਜੋ ਧਿਆਤਾ ਧਿਆਉਣੇ ਵਾਲਾ, ਉਹ ਇਸ ਇਕਾਗਰਤਾ ਨਾਲ ਗੁਰੂ ਮਹਾਰਾਜ ਦੇ ਧਿਆਨ 'ਚ ਬੈਠ ਜਾਂਦਾ। ਫਿਰ ਬਖਸ਼ਿਸ਼ ਸਾਧ ਸੰਗਤ ਜੀ ਬੜੀ ਛੇਤੀ ਹੋ ਜਾਂਦੀ ਹੈ। ਇੱਥੇ ਮਨ ਦੀਆਂ ਚਤਰਾਈਆਂ ਨਹੀਂ ਚੱਲਦੀਆਂ। ਭੋਲੇ ਪਾਏ ਮਿਲੈ ਰਗ ਰਾਇਆ, ਚਤਰਾਈ ਨਾ ਚਤੁਰਭੁਜ ਪਾਈਐ। ਸੰਤ ਰੇਣੂ ਜੀ ਇਸ ਪ੍ਰਕਾਰ ਕਥਨ ਕਰਦੇ ਹਨ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ, ਕਵੀ ਚੂੜਾਮਣੀ, ਨਾਨਕ ਪ੍ਰਕਾਸ਼ ਵਿੱਚ ਸੰਤ ਰੇਣੂ ਵੱਲੋਂ ਦਿੱਤਾ ਹੋਇਆ ਉੱਤਰ ਉਸ ਮਹਾਤਮਾ ਦੀ ਮੰਡਲੀ ਨੂੰ ਚੂੜਕਾਣੇ ਵਿਖੇ ਇਸ ਪ੍ਰਕਾਰ ਵਰਣਨ ਕਰ ਰਹੇ ਹਨ। ਸੁਨ ਮਹੰਤ ਬੋਲਿਓ ਬਰ ਬਾਣੀ। ਜਿਹੜਾ ਮਹੰਤ ਸੀ ਉਹਨਾਂ ਦਾ ਮੰਡਲੀ ਦਾ, ਕਿਉਂਕਿ ਹਰ ਜਥੇਬੰਦੀ ਦਾ ਕੋਈ ਨਾ ਕੋਈ ਜਥੇਦਾਰ ਮੁਖੀ ਹੁੰਦਾ ਹੈ। ਪਰਿਵਾਰਕ ਕਬੀਲੇ ਜਿਹੜੇ ਜੰਗਲਾਂ 'ਚ ਰਹਿੰਦੇ ਆ, ਮੁਖੀ ਉਹਨਾਂ 'ਚ ਵੀ ਹੈ। ਅਤੇ ਗਊਆਂ 'ਚ ਲੈ ਲਓ, ਇੱਕ ਗਾਂ ਮੋਹਰੇ ਚੱਲੇਗੀ, ਬਾਕੀ ਜਿਹੜੇ ਪਿੱਛੇ ਚੱਲੇਗਾ। ਕੂੰਜਾਂ ਵਿੱਚ ਲੈ ਲਓ, ਇੱਕ ਕੂੰਜ ਮੋਹਰੇ। ਸ਼ਹਿਦ ਦੀਆਂ ਮੱਖੀਆਂ, ਜਿਹੜੀ ਰਾਣੀ ਮੱਖੀ ਹੈ, ਸਾਰਾ ਕੰਟਰੋਲ ਕਰਦੀ ਹੈ, ਉਹਦੇ ਹੁਕਮ 'ਚ ਸਾਰੀਆਂ ਚੱਲ ਕੇ ਸ਼ਹਿਦ ਬਣਾਉਂਦੀਆਂ। ਅਤੇ ਇਸੇ ਪ੍ਰਕਾਰ ਜਿਹੜੇ ਲੋਕਾਂ ਨੂੰ ਅਸੀਂ ਅਸੱਭ ਕਹਿੰਦੇ ਹਾਂ, ਉਹਨੇ ਵੀ ਹਬਸ਼ੀਆਂ ਨੇ ਵੀ ਕੋਈ ਨਾ ਕੋਈ ਆਪਣਾ ਨੇਤਾ ਚੁਣਿਆ, ਉਹਦੇ ਅਨੁਸਾਰ ਉਹ ਚੱਲਦੇ ਆ। ਅਤੇ ਜਦੋਂ ਕੋਈ ਕੌਮ, ਕੋਈ ਦੇਸ਼ ਇੱਕ ਦੇ ਹੁਕਮ ਵਿੱਚ ਚੱਲਦਾ